ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਹਾਂਜੀ, ਅੱਜ ਆਪਾਂ ਕੈਮਿਸਟਰੀ ਦੀ ਸੀਰੀਜ਼ ਨੂੰ ਕੰਟੀਨਿਊ ਕਰਾਂਗੇ ਜੋ ਤੁਹਾਡੇ ਮਾਸਟਰ ਕੈਡਰ ਐਗਜ਼ਾਮ ਦੇ ਲਈ ਮੋਸਟ ਇੰਪੋਰਟੈਂਟ ਰਹਿਣ ਵਾਲੀ ਹੈ। ਸਟਾਰਟ ਕਰਦੇ ਹਾਂ। ਅੱਜ ਦਾ ਜੋ ਆਪਣਾ ਟੌਪਿਕ ਹੋਏਗਾ ਹਾਈਡਰੋਕਾਰਬਨ ਹੋਏਗਾ, ਜਿਸ ਦੇ ਆਪਾਂ ਫਸਟ 3 ਪਾਰਟ ਕੰਪਲੀਟ ਕਰ ਚੁੱਕੇ ਹਾਂ। ਅਗਰ ਤੁਸੀਂ ਫਸਟ 3 ਵੀਡੀਓਜ਼ ਨਹੀਂ ਦੇਖੀ ਪਹਿਲਾਂ ਉਹਨਾਂ ਨੂੰ ਦੇਖ ਲਓ ਸੋ ਦੈਟ ਤੁਹਾਡੇ ਬੇਸਿਕਸ ਕਲੀਅਰ ਹੋ ਜਾਣ। ਅੱਜ ਆਪਾਂ ਪਾਰਟ 4 ਕਰਾਂਗੇ ਹਾਈਡਰੋਕਾਰਬਨ ਦਾ। ਮੇਨਲੀ ਆਪਾਂ ਐਲਕੇਨ, ਐਲਕੀਨ ਐਂਡ ਐਲਕਾਈਨਸ ਕੰਪਲੀਟ ਕਰ ਚੁੱਕੇ ਹਾਂ। ਅੱਜ ਆਪਾਂ ਗੱਲ ਕਰਾਂਗੇ ਐਰੋਮੈਟਿਕ ਹਾਈਡਰੋਕਾਰਬਨ ਦੀ। ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਟੌਪਿਕ। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ, ਦੇਖੋ ਐਰੋਮੈਟਿਕ ਹਾਈਡਰੋਕਾਰਬਨ ਕੀ ਹੁੰਦੇ ਆ। ਐਰੋਮੈਟਿਕ ਹਾਈਡਰੋਕਾਰਬਨ ਦਾ ਮਤਲਬ ਹੈ ਉਹ ਹਾਈਡਰੋਕਾਰਬਨ ਮੀਨਸ ਜਿਹਦੇ ਵਿੱਚ ਹਾਈਡਰੋਜਨ ਤੇ ਕਾਰਬਨ ਦੇ ਕੰਪਾਊਂਡ ਪ੍ਰੈਜ਼ੈਂਟ ਹੋਣ ਬਟ ਇਨ ਐਰੋਮੈਟਿਕ ਫਾਰਮ ਦੇ ਵਿੱਚ। ਐਰੋਮੈਟਿਕ ਫਾਰਮ ਦਾ ਮਤਲਬ ਕੀ ਹੈ, ਆਪਣੇ ਕੋਲ ਸਾਈਕਲਿਕ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੋਣ। ਮੇਨਲੀ ਕਿਸ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੋਣ, ਸਾਈਕਲਿਕ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੋਣ, ਤਾਂ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਐਰੋਮੈਟਿਕ ਹਾਈਡਰੋਕਾਰਬਨ। ਆਪਾਂ ਮੇਨਲੀ ਇਸ ਦੇ ਵਿੱਚ ਕੀ ਹੈ, ਜੋ ਸਟ੍ਰੇਟ ਚੇਨ ਪ੍ਰੈਜ਼ੈਂਟ ਹੋਏਗੀ ਉਸ ਨੂੰ ਕਨਵਰਟ ਕਰਾਂਗੇ ਕਿਸ ਦੇ ਵਿੱਚ, ਸਾਈਕਲਿਕ ਹਾਈਡਰੋਕਾਰਬਨ ਦੇ ਵਿੱਚ। ਕਿਸ ਦੇ ਵਿੱਚ ਕਨਵਰਟ ਕਰਾਂਗੇ, ਸਾਈਕਲਿਕ ਹਾਈਡਰੋਕਾਰਬਨ ਦੇ ਵਿੱਚ ਕੀ ਕਰਾਂਗੇ, ਕਨਵਰਟ ਕਰਾਂਗੇ। ਕਲੀਅਰ। ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਐਰੋਮੈਟਿਕ ਹਾਈਡਰੋਕਾਰਬਨ। ਦੇਖੋ ਮੇਨ 2 ਸੋਰਸ ਹੈ ਐਰੋਮੈਟਿਕ ਹਾਈਡਰੋਕਾਰਬਨ ਦੇ। ਫਸਟ ਵਨ ਅਗਰ ਆਪਾਂ ਗੱਲ ਕਰੀਏ ਕੋਲ ਐਂਡ ਪੈਟਰੋਲੀਅਮ, ਦੋ ਕੀ ਆਪਣੇ ਕੋਲ ਮੇਨ ਸੋਰਸ ਹੈ ਐਰੋਮੈਟਿਕ ਹਾਈਡਰੋਕਾਰਬਨਸ ਦੇ। ਠੀਕ ਹੈ ਜੀ। ਅਗਰ ਆਪਾਂ ਗੱਲ ਕਰੀਏ, ਦੇਖੋ ਬਹੁਤ ਸਾਰੇ ਜਿਵੇਂ ਡਿਸਟਰਕਟਿਵ ਡਿਸਟੀਲੇਸ਼ਨ ਕਰਵਾ ਕੇ ਕੋਲ ਤੋਂ ਆਪਾਂ ਕੋਕ ਬਣਾ ਲੈਂਦੇ ਹਾਂ। ਇਸ ਤਰ੍ਹਾਂ ਨਾਲ ਫੋਰਮੇਸ਼ਨ ਕਰਕੇ ਆਪਣੇ ਕੋਲ ਕੀ ਬਣ ਜਾਂਦਾ, ਐਰੋਮੈਟਿਕ ਹਾਈਡਰੋਕਾਰਬਨ ਬਣ ਜਾਂਦੇ ਆ। ਤਾਂ 2 ਸੋਰਸ ਕਿਹੜੇ ਆਪਣੇ ਕੋਲ, ਕੋਲ ਐਂਡ ਪੈਟਰੋਲੀਅਮ। ਕਿਸ ਦੀ ਫੋਰਮੇਸ਼ਨ ਦੇ ਲਈ, ਐਰੋਮੈਟਿਕ ਹਾਈਡਰੋਕਾਰਬਨ ਦੀ ਫੋਰਮੇਸ਼ਨ ਦੇ ਲਈ। ਐਰੋਮੈਟਿਕ ਹਾਈਡਰੋਕਾਰਬਨ ਦੀ ਫੋਰਮੇਸ਼ਨ ਦੇ ਲਈ ਆਪਣੇ ਕੋਲ 2 ਸੋਰਸ ਪ੍ਰੈਜ਼ੈਂਟ ਹੈ, ਕਾਰਬਨ ਐਂਡ ਪੈਟਰੋਲੀਅਮ। ਕਲੀਅਰ। ਦੇਖੋ ਅੱਗੇ ਅਗਰ ਆਪਾਂ ਗੱਲ ਕਰੀਏ, ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਬੈਂਜੀਨ C6H6 ਇਸ 'ਤੇ ਡਬਲ ਬੌਂਡ ਦੀ ਕੀ ਹੁੰਦੀ ਹੈ, ਵੇਰੀਏਸ਼ਨ, ਉਹ ਵੀ ਇਸ ਦੇ ਵਿੱਚ ਆ ਜਾਂਦਾ। ਨਾਲ ਅਗਰ ਆਪਾਂ ਗੱਲ ਕਰੀਏ, ਥੋੜ੍ਹੇ ਜਿਹੇ ਤੁਹਾਨੂੰ ਹਾਈਡਰੋਕਾਰਬਨ ਪਤਾ ਹੋਣੇ ਚਾਹੀਦੇ ਆ। ਜਿਵੇਂ ਅਗਰ ਆਪਾਂ ਗੱਲ ਕਰੀਏ ਟੋਲੀਨ, ਉੱਪਰ ਕੀ ਪ੍ਰੈਜ਼ੈਂਟ ਹੋਊਗਾ, ਮਿਥਾਈਲ ਗਰੁੱਪ CH3 ਪ੍ਰੈਜ਼ੈਂਟ ਹੋਏਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਡਾਈਫਿਨਾਈਲ, ਡਾਈਫਿਨਾਈਲ ਦਾ ਮਤਲਬ ਕੀ ਹੈ, 2 ਫਿਨਾਈਲ ਗਰੁੱਪ ਜਦੋਂ ਅਟੈਚਡ ਹੋਣਗੇ ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਡਾਈਫਿਨਾਈਲ ਬੋਲ ਦਿੰਦੇ ਹਾਂ। ਕੁਝ ਕੰਪਾਊਂਡ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਜਿਵੇਂ ਇਥਾਈਲ ਬੈਂਜੀਨ ਆ ਗਿਆ ਤਾਂ ਇਹਦਾ ਮਤਲਬ ਕੀ ਹੈ, ਪਹਿਲਾਂ ਤੁਸੀਂ ਬੈਂਜੀਨ ਬਣਾਓਗੇ ਉਸ ਦੇ ਉੱਪਰ ਕੀ ਲਾ ਦੋਗੇ, ਇਥਾਈਲ ਗਰੁੱਪ C2H5, ਇਹ ਕੀ ਬਣ ਜਾਏਗਾ ਆਪਣੇ ਕੋਲ, ਇਥਾਈਲ ਬੈਂਜੀਨ ਬਣ ਜਾਏਗਾ। ਕਲੀਅਰ। ਇਸ ਲਈ ਤੁਹਾਨੂੰ ਕੁਝ ਕੀ ਹੈ, ਹਾਈਡਰੋਕਾਰਬਨਸ ਦੇ ਜੋ ਕੰਪਾਊਂਡ ਹੈ ਐਰੋਮੈਟਿਕ ਕੰਪਾਊਂਡ, ਉਹਨਾਂ ਬਾਰੇ ਪਤਾ ਹੋਣਾ ਕੀ ਹੈ, ਜ਼ਰੂਰੀ ਹੈ ਸੋ ਦੈਟ ਤੁਹਾਨੂੰ ਕੀ ਹੈ, ਬੇਸਿਕਸ ਕਲੀਅਰ ਹੋ ਜਾਣ। ਹੁਣ ਅੱਗੇ ਆਪਾਂ ਗੱਲ ਕਰਾਂਗੇ ਇਹਨਾਂ ਤੋਂ ਕਿ ਬੈਂਜੀਨ ਬਣਦੇ ਕਿਵੇਂ ਹੈ, ਫੋਰਮੇਸ਼ਨ ਆਫ ਬੈਂਜੀਨ। ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਤਾਂ ਆਪਾਂ ਸਟ੍ਰੇਟ ਚੇਨ ਨੂੰ ਕਨਵਰਟ ਕਰ ਸਕਦੇ ਹਾਂ। ਮੈਂ ਹੁਣੇ ਦੱਸਿਆ ਸੀ ਸਟ੍ਰੇਟ ਚੇਨ ਨੂੰ ਸਾਈਕਲਿਕ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਜਿਵੇਂ ਹੈਕਸੇਨ ਲੈ ਲਿਆ ਆਪਾਂ, ਹੈਕਸੇਨ ਦਾ ਮਤਲਬ ਕੀ ਹੈ, 6 ਕਾਰਬਨ। ਹੈਕਸੇਨ ਦਾ ਮਤਲਬ ਕੀ ਹੈ, 6 ਕਾਰਬਨ। ਇਹ ਸਟ੍ਰੇਟ ਚੇਨ ਵੀ ਲੈ ਸਕਦੇ ਹੋ, ਇਸ ਤਰ੍ਹਾਂ ਨਾਲ ਵੀ ਲੈ ਸਕਦੇ ਹੋ। ਮੈਂ ਤੁਹਾਨੂੰ ਇੱਕ ਵਾਰ ਸਾਈਕਲਿਕ 'ਚ ਦੱਸਦੀ ਹਾਂ। ਹੈਕਸੇਨ ਹੈ, ਅਗਰ ਹੁਣ ਮੈਂ ਇੱਕ ਇਸ ਦੇ ਵਿੱਚੋਂ ਹਾਈਡਰੋਜਨ ਰਿਲੀਜ਼ ਕਰਦਾ ਐਂਡ 670 ਕੈਲਵਿਨ ਟੈਂਪਰੇਚਰ 'ਤੇ ਹੀਟ ਅਪ ਕਰਾਂ, ਪਲੈਟੀਨਮ ਆਪਾਂ ਕੈਟਲਿਸਟ ਪਾਤਾ ਤਾਂ ਆਪਣੇ ਕੋਲ ਕੀ ਬਣ ਜਾਏਗਾ, ਆਪਣੇ ਕੋਲ ਕੀ ਬਣ ਜੂ, ਸਾਈਕਲੋਹੈਕਜ਼ੇਨ ਬਣ ਜਾਏਗਾ। ਕੀ ਬਣ ਜੂਗਾ, ਸਾਈਕਲੋਹੈਕਜ਼ੇਨ। ਜੋ ਪਹਿਲੇ ਵਾਲਾ ਹੈਕਜ਼ੇਨ ਸੀ ਮੈंने ਉਸ ਨੂੰ ਬੰਦ ਨਹੀਂ ਕੀਤਾ ਸੀ, ਮੀਨਸ ਇਹ ਸਾਈਕਲਿਕ ਨਹੀਂ ਸੀ, ਇੱਥੋਂ ਓਪਨ ਸੀਗਾ। ਠੀਕ ਹੈ ਜੀ। ਇਸ ਲਈ ਇਹਨੂੰ ਸਟ੍ਰੇਟ ਚੇਨ ਵੀ ਲਿਖ ਸਕਦੇ ਸੀ, ਇਸ ਤਰ੍ਹਾਂ ਨਾਲ ਵੀ। ਬਟ ਇਹ ਕੀ ਕਰਤਾ, ਮੈਂ ਕਲੋਜ਼ ਕਰਤਾ ਤਾਂ ਇਹ ਸਾਈਕਲੋਹੈਕਜ਼ੇਨ ਬਣ ਗਿਆ। ਅਗਰ ਮੈਂ ਇਸ ਨੂੰ ਫਿਰ ਇੱਕ ਪਰਟੀਕੂਲਰ ਟੈਂਪਰੇਚਰ 'ਤੇ 670 ਕੈਲਵਿਨ 'ਤੇ ਹੀਟ ਅਪ ਕਰਦੀ ਹਾਂ, 3 ਮੋਲੀਕਿਊਲ ਆਫ ਹਾਈਡਰੋਜਨ ਰਿਲੀਜ਼ ਕਰਵਾ ਦਿੰਦੀ ਹਾਂ ਤਾਂ ਆਪਣੇ ਕੋਲ ਕੀ ਬਣ ਜੂਗੀ, ਬੈਂਜੀਨ ਰਿੰਗ ਬਣ ਜਾਏਗੀ।
ਇਹ ਕੀ ਆਪਣੇ ਕੋਲ ਬੈਂਜੀਨ ਇਸ ਤਰ੍ਹਾਂ ਵੀ ਸ਼ੋ ਕਰਦੇ ਆ ਔਰ ਇਸ ਤਰ੍ਹਾਂ ਨਾਲ ਵੀ ਸ਼ੋ ਕਰਦੇ ਆ, ਇਸ ਨੂੰ ਕੀ ਕਹਿ ਦਿੰਦੇ ਆ, ਬੈਂਜੀਨ ਕਹਿ ਦਿੰਦੇ ਆ। ਕਲੀਅਰ। ਇਹ ਕੀ ਆ ਆਪਣੇ ਕੋਲ ਪ੍ਰੋਸੈਸ ਹੈ ਕਿ ਕਿਸ ਤਰ੍ਹਾਂ ਨਾਲ ਐਰੋਮੈਟਿਕ ਕੰਪਾਊਂਡ ਬਣਦੇ ਆ। ਇਸ ਪ੍ਰੋਸੈਸ ਨੂੰ ਐਰੋਮੇਟਾਈਜੇਸ਼ਨ ਵੀ ਕਿਹਾ ਜਾਂਦਾ ਹੈ, ਐਰੋਮੇਟਾਈਜੇਸ਼ਨ ਵੀ ਕਿਹਾ ਜਾਂਦਾ ਹੈ। ਕਲੀਅਰ। ਆਈ ਹੋਪ ਕਲੀਅਰ ਹੋ ਚੁੱਕੇ। ਨੈਕਸਟ ਆਪਾਂ ਗੱਲ ਕਰਾਂਗੇ ਸਟਰਕਚਰ ਆਫ ਬੈਂਜੀਨ ਦੀ। ਬੈਂਜੀਨ ਦੀ ਸਟਰਕਚਰ ਕਿੱਦਾਂ ਹੁੰਦੀ ਹੈ? ਬੈਂਜੀਨ ਦਾ ਫਾਰਮੂਲਾ ਹੁੰਦਾ CnHn, ਮੀਨਸ ਅਗਰ ਆਪਾਂ ਗੱਲ ਕਰੀਏ C6H6 ਕਿਸ ਦਾ ਫਾਰਮੂਲਾ ਹੈ? ਆਪਣੇ ਕੋਲ ਬੈਂਜੀਨ ਦਾ ਫਾਰਮੂਲਾ। ਇਸ ਨੂੰ ਮਤਲਬ ਇਸ ਤਰ੍ਹਾਂ ਨਾਲ ਹੀ ਲਿਖਿਆ ਜਾਂਦਾ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਦੇਖੋ ਇਹ ਧਿਆਨ 'ਚ ਰੱਖਣਾ ਕਿ ਇਸ ਦੇ ਵਿੱਚ ਡਬਲ ਬੌਂਡ ਹੈ, ਉਸ ਦੀ ਰੋਟੇਸ਼ਨ ਹੁੰਦੀ ਹੈ, ਇਸ ਲਈ ਸੈਂਟਰ ਦੇ ਵਿੱਚ ਇਸ ਤਰ੍ਹਾਂ ਨਾਲ ਸਰਕਲ ਵੀ ਲਗਾ ਦਿੱਤਾ ਜਾਂਦਾ ਹੈ ਜਾਂ ਡਬਲ ਬੌਂਡ ਵੀ ਸ਼ੋ ਕਰ ਦਿੱਤਾ ਜਾਂਦਾ। ਤਾਂ ਇਸ ਦੇ ਵਿੱਚ ਕੋਈ ਵੀ ਮਤਲਬ ਦਿੱਕਤ ਨਹੀਂ ਹੈ, ਤੁਸੀਂ ਕਿਸ ਤਰ੍ਹਾਂ ਨਾਲ ਵੀ ਕੀ ਕਰ ਸਕਦੇ ਹੋ, ਰੀਪ੍ਰਜੈਂਟ ਕਰ ਸਕਦੇ ਹੋ। ਨੈਕਸਟ ਅਗਰ ਮੈਂ ਗੱਲ ਕਰਾਂ ਦੇਖੋ ਬੈਂਜੀਨ ਦੀ, ਤਾਂ ਸਭ ਤੋਂ ਪਹਿਲਾਂ ਬੈਂਜੀਨ ਦਾ ਜੋ ਮੋਡਲ ਹੈ ਉਹ ਕਿਹਨਾਂ ਨੇ ਦਿੱਤਾ ਸੀ ਆਪਾਂ ਨੂੰ? ਕੈਕਿਊਲ ਨੇ ਦਿੱਤਾ ਸੀ 1865 ਦੇ ਵਿੱਚ। ਉਹਨਾਂ ਨੇ ਕੀ ਕਿਹਾ ਸੀ? ਇੱਕ ਹੈਕਸਾਗੋਨਲ ਸਟਰਕਚਰ ਦਿੱਤੀ ਸੀ ਬੈਂਜੀਨ ਦੀ, ਜਿਸ ਦੇ ਵਿੱਚ 6 ਕਾਰਬਨ ਪ੍ਰੈਜ਼ੈਂਟ ਹੋਣਗੇ। ਕਲੀਅਰ। ਉਹਨਾਂ ਦੇ ਨਾਲ ਕੀ 1 ਹਾਈਡਰੋਜਨ ਐਟਮ ਕੀ ਹੋਏਗਾ? ਅਟੈਚਡ ਹੋਏਗਾ ਹਰ ਕਾਰਬਨ ਐਟਮ ਦੇ ਨਾਲ। ਕਲੀਅਰ। ਜਿਵੇਂ ਅਗਰ ਆਪਾਂ ਪਰਟੀਕੂਲਰਲੀ ਇਹਦੀ ਡਾਇਗਰਾਮ ਬਣਾਈਏ, ਸਟਰਕਚਰ ਬਣਾਈਏ, ਇਸ ਤਰ੍ਹਾਂ ਨਾਲ ਬਣੇਗਾ। ਨਾਲ ਕੀ ਹੈ ਇਸ ਦੇ ਹਾਈਡਰੋਜਨ ਲੱਗੇ ਹੋਏ ਆ ਸਾਰੀਆਂ ਕਾਰਬਨਸ ਦੇ ਨਾਲ। ਹੁਣ ਕੀ ਹੈ ਜੋ ਡਬਲ ਬੌਂਡ ਹੈ ਉਹ ਵੇਰੀਏਸ਼ਨ ਕਰਦਾ, ਰੈਜ਼ੋਨੈਂਸ ਕੀ ਕਰਦਾ, ਸ਼ੋ ਕਰਦਾ, ਇਸ ਲਈ ਸੈਂਟਰ 'ਚ ਸਰਕਲ ਵੀ ਪਾ ਦਿੱਤਾ ਜਾਂਦਾ ਔਰ ਇਸ ਤਰ੍ਹਾਂ ਨਾਲ ਬੌਂਡ ਵੀ ਰਿਪਰੈਜ਼ੈਂਟ ਕਰ ਦਿੱਤਾ ਜਾਂਦਾ, ਕਿਉਂਕਿ ਇਸਨੇ ਕੀ ਕਿਹਾ ਸੀਗਾ ਕਿ ਜੋ ਡਬਲ ਬੌਂਡ ਹੁੰਦੇ ਆ, ਜੋ ਡਬਲ ਬੌਂਡ ਹੈ ਉਹ ਅਲਟਰਨੇਟ ਪੋਜੀਸ਼ਨਸ 'ਤੇ ਆਉਣਗੇ, ਕਿਉਂਕਿ ਉਹ ਕੀ ਕਰਦੇ ਰਹਿੰਦੇ ਆ, ਮੋਸ਼ਨ ਸ਼ੋ ਕਰਦੇ ਆ, ਚੇਂਜ ਹੁੰਦੇ ਰਹਿੰਦੇ, ਰੈਜ਼ੋਨੈਂਸ ਸ਼ੋ ਕਰਦੇ ਆ। ਕਲੀਅਰ। ਇਹ ਕੀ ਸੀ ਆਪਣੇ ਕੋਲ ਜੋ ਕੈਕਿਊਲ ਨੇ ਸਟਰਕਚਰ ਦਿੱਤੀ ਸੀ ਕਿਸ ਦੀ? ਬੈਂਜੀਨ ਦੀ। ਨੈਕਸਟ ਆਪਾਂ ਗੱਲ ਕਰਾਂਗੇ, ਦੇਖੋ ਨੈਕਸਟ ਦੇਖਦੇ ਹਾਂ। ਹੁਣ ਬੈਂਜੀਨ ਤੋਂ ਬਾਅਦ ਗੱਲ ਕਰਾਂਗੇ ਐਰੀਨਸ ਦੀ, ਕਿ ਐਰੀਨਸ ਦੀ ਅਗਰ ਆਪਾਂ ਗੱਲ ਕਰੀਏ, ਦੇਖੋ ਐਰੀਨਸ ਦੇ ਵਿੱਚ ਕੀ ਹੈ ਮੇਨਲੀ ਕੀ ਪ੍ਰੈਜ਼ੈਂਟ ਹੁੰਦਾ? ਜੋ ਲਾਈਟ ਓਇਲ ਫ੍ਰੈਕਸ਼ਨ ਤੋਂ ਕੋਲ ਟਾਰ ਡਿਸਟੀਲੇਸ਼ਨ ਤੋਂ ਆਪਣੇ ਕੋਲ ਕੀ ਹੈ ਕੁਛ ਨਾ ਕੁਛ ਕੀ ਹੈ ਫੋਮ ਹੋਵੇ, ਬੈਂਜੀਨ ਫੋਮ ਹੋਵੇ, ਜਾਂ ਕੁਛ ਮੈਥਡਸ ਨੇ ਐਰੀਨਸ ਨੂੰ ਫੋਮ ਕਰਨ ਦੇ, ਉਹਨਾਂ ਨੂੰ ਦੇਖਦੇ ਆ। ਮੈਥਡਸ ਆਫ ਪ੍ਰੀਪਰੇਸ਼ਨ ਆਫ ਐਰੀਨਸ, ਮੈਥਡਸ ਆਫ ਪ੍ਰੀਪਰੇਸ਼ਨ ਆਫ ਐਰੀਨਸ ਨੂੰ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਕਿਸ ਤਰ੍ਹਾਂ ਨਾਲ ਪ੍ਰੀਪੇਅਰ ਕੀਤਾ ਜਾਂਦਾ ਹੈ? ਬਾਈ ਡੀਕਾਰਬੋਕਸੀਲੇਸ਼ਨ ਆਫ ਸੋਡੀਅਮ benzoate, ਡੀਕਾਰਬੋਕਸੀਲੇਸ਼ਨ ਆਫ ਸੋਡੀਅਮ ਬੈਂਜ਼ੋਇਟ। ਇਹਦੇ ਵਿੱਚ ਕੀ ਹੈ ਸੋਡੀਅਮ ਬੈਂਜ਼ੋਇਟ ਨੂੰ ਆਪਾਂ ਕੀ ਕਰਾਂਗੇ? ਹੀਟ ਕਰਾਂਗੇ। ਸੋਡੀਅਮ ਬੈਂਜ਼ੋਇਟ ਨੂੰ ਆਪਾਂ ਕੀ ਕਰਾਂਗੇ? ਹੀਟ ਕਰਾਂਗੇ। ਠੀਕ ਹੈ ਜੀ। ਸੋਡੀਅਮ ਬੈਂਜ਼ੋਇਟ ਦਾ ਫਾਰਮੂਲਾ ਆਪਾਂ ਨੂੰ ਪਤਾ ਹੀ ਹੈ। ਇਨ ਦ ਪ੍ਰੈਜ਼ੈਂਸ ਆਫ ਸੋਡਾ ਲਾਈਮ ਵੀ ਕਹਿ ਸਕਦੇ ਹੋ। ਸੋਡਾ ਲਾਈਮ ਦਾ ਫਾਰਮੂਲਾ ਕੀ ਹੁੰਦਾ? NaOH ਪਲੱਸ CaO ਕੈਲਸ਼ੀਅਮ ਆਕਸਾਈਡ, ਦੋਨਾਂ ਨੂੰ ਮਿਲਾ ਕੇ ਆਪਣੇ ਕੋਲ ਕੀ ਬਣ ਜਾਂਦਾ? ਸੋਡਾ ਲਾਈਮ ਬਣ ਜਾਂਦਾ। ਇਸ ਤੋਂ ਜਦੋਂ ਆਪਾਂ ਹੀਟ ਕਰਦੇ ਹਾਂ ਤਾਂ ਆਪਣੇ ਕੋਲ ਕੀ ਬਣ ਜਾਂਦੀ ਹੈ? ਬੈਂਜੀਨ ਰਿੰਗ ਬਣ ਜਾਂਦੀ ਹੈ। ਨਾਲ ਆਪਣੇ ਕੋਲ ਕੀ ਬਣ ਜਾਂਦਾ? Na2CO3 ਸੋਡੀਅਮ ਕਾਰਬੋਨੇਟ। ਕਲੀਅਰ। ਆਈ ਹੋਪ ਤੁਹਾਨੂੰ ਫਸਟ ਕਲੀਅਰ ਹੋ ਗਿਆ। ਸੈਕਿੰਡ ਅਗਰ ਮੈਂ ਗੱਲ ਕਰਾਂ ਬਾਏ ਰਿਡਕਸ਼ਨ of phenol with zinc dust, ਫਿਨੋਲ ਦੀ ਕੀ ਕਰਵਾਉਣੀ ਹੈ? ਰਿਡਕਸ਼ਨ ਕਰਵਾਉਣੀ ਹੈ ਕਿਸ ਦੇ ਨਾਲ? ਜ਼ਿੰਕ ਡਸਟ ਦੇ ਨਾਲ। ਕਿਸ ਤਰ੍ਹਾਂ ਨਾਲ? ਦੇਖੋ ਪਹਿਲਾਂ ਸਭ ਤੋਂ ਪਹਿਲਾਂ ਫਿਨੋਲ ਦਾ ਤੁਹਾਨੂੰ ਫਾਰਮੂਲਾ ਪਤਾ ਹੋਣਾ ਚਾਹੀਦਾ, ਬੈਂਜ਼ੀਨ ਉੱਪਰ OH। ਇਸ ਦੀ ਜਦੋਂ ਜ਼ਿੰਕ ਨਾਲ ਰਿਐਕਸ਼ਨ ਕਰਾਵਾਂਗੇ ਇਨ ਦ ਪ੍ਰੈਜ਼ੈਂਸ ਆਫ ਹੀਟ ਕਰ ਦਾਂਗੇ, ਇਸ ਨੂੰ ਕੀ ਕਰ ਦਾਂਗੇ? ਹੀਟ ਕਰ ਦਾਂਗੇ। ਤਾਂ ਜ਼ਿੰਕ ਦੀ ਅਗਰ ਆਪਾਂ ਗੱਲ ਕਰੀਏ ਰਿਡਕਸ਼ਨ ਹੋਏਗੀ ਤਾਂ ਜ਼ਿੰਕ ਆਕਸਾਈਡ, ਹਾਈਡਰੋਜਨ ਰਿਲੀਜ਼ ਹੋ ਜਾਏਗਾ ਜ਼ਿੰਕ ਨਾਲ, ਤਾਂ ਕੀ ਬਚ ਜਾਏਗਾ ਇੱਥੇ? ਬੈਂਜ਼ੀਨ ਰਿੰਗ।
ਆਕਸੀਜਨ ਕੀ ਹੋ ਜਾਊਗਾ ਰਿਲੀਜ਼, ਰਿਡਕਸ਼ਨ ਹੋ ਰਹੀ ਹੈ, ਤਾਂ ਜ਼ਿੰਕ ਆਕਸਾਈਡ ਕੀ ਹੋ ਗਿਆ ਅਲੱਗ ਹੋ ਗਿਆ ਤੇ ਬੈਂਜ਼ੀਨ ਫਾਰਮੇਸ਼ਨ ਹੋ ਗਿਆ। ਫਿਨੋਲ ਨੂੰ ਜਦੋਂ ਆਪਾਂ ਹੀਟ ਅਪ ਕਰਾਂਗੇ ਜ਼ਿੰਕ ਡਸਟ ਦੇ ਨਾਲ ਤਾਂ ਉਹ ਰਿਡਿਊਸ ਕਿਸ ਦੇ ਵਿੱਚ ਹੋ ਜੂਗੀ ਐਰੀਨਸ ਦੇ ਵਿੱਚ, ਮਤਲਬ ਕੀ ਬਣਾ ਦੇਗੀ ਬੈਂਜ਼ੀਨ ਬਣਾ ਦੇਗੀ। ਠੀਕ ਹੈ ਜੀ। ਨੈਕਸਟ ਥਰਡ ਵਨ ਹੈ ਆਪਣੇ ਕੋਲ ਬਾਈ ਪੋਲੀਮਰਾਈਜੇਸ਼ਨ ਆਫ ਐਲਕਾइंस। ਐਲਕਾइंस ਦੀ ਕੀ ਕਰਵਾ ਦੇਣਾ ਪੋਲੀਮਰਾਈਜੇਸ਼ਨ ਕਰਵਾ ਦੇਣਾ। ਕਿਸ ਤਰ੍ਹਾਂ ਨਾਲ 3 ਮੋਲੀਕਿਊਲਸ ਲੈ ਲੇ ਇਥਾਈਨ ਮਤਲਬ CH ट्रिपल बॉन्ड CH 3 ਮੋਲੀਕਿਊਲਸ ਲੈ ਲੇ। ਇਸ ਨੂੰ ਜਦੋਂ ਰੈੱਡ ਹੌਟ ਕੀਤਾ ਕੋਪਰ ਦੀ ਟਿਊਬਸ ਪਾ ਕੇ ਤਾਂ ਆਪਣੇ ਕੋਲ ਕੀ ਬਣ ਜਾਏਗਾ ਬੈਂਜ਼ੀਨ ਬਣ ਜਾਏਗਾ। ਕੀ ਬਣ ਜਾਏਗਾ ਬੈਂਜ਼ੀਨ ਬਣ ਜਾਏਗਾ। ਕਲੀਅਰ। ਇਹ ਵੀ ਤੁਸੀਂ ਕੀ ਹੈ ਧਿਆਨ 'ਚ ਰੱਖਣੀਆਂ ਨੇ, ਕੁਛ ਰਿਐਕਸ਼ਨਸ ਨੇ ਜੋ ਇੰਪੋਰਟੈਂਟ ਹੈ ਤੇ ਤੁਹਾਨੂੰ ਪਤਾ ਵੀ ਹੋਣੀਆਂ ਚਾਹੀਦੀਆਂ ਨੇ। ਨੈਕਸਟ ਫੋਰਥ ਰਿਐਕਸ਼ਨ ਦੀ ਗੱਲ ਕਰਦੇ ਹਾਂ ਵੁਡਸ ਫਿਟਿੰਗ ਰਿਐਕਸ਼ਨ। ਵੁਡਸ ਫਿਟਿੰਗ ਰਿਐਕਸ਼ਨ ਕੀ ਆਪਣੇ ਕੋਲ ਕਲੋਰੋਬੈਂਜ਼ੀਨ ਨੂੰ ਜਦੋਂ ਮੈਂ 2 ਮੋਲੀਕਿਊਲ ਆਫ ਸੋਡੀਅਮ ਦੇ ਨਾਲ ਇਨ ਦ ਪ੍ਰੈਜ਼ੈਂਸ ਆਫ ਕਲੋਰੋਮੀਥੇਨ ਨਾਲ ਰਿਐਕਟ ਕਰਵਾਵਾਂ ਇਨ ਦ ਪ੍ਰੈਜ਼ੈਂਸ ਆਫ ਡਰਾਈ ਈਥਰ ਤਾਂ ਆਪਣੇ ਕੋਲ ਕੀ ਬਣ ਜਾਂਦਾ ਟੋਲੀਨ ਬਣ ਜਾਂਦਾ। ਕੀ ਬਣ ਜਾਂਦਾ ਹੈ ਟੋਲੀਨ। ਜਸਟ ਅ ਸੈਕਿੰਡ। ਕੀ ਬਣ ਜਾਏਗਾ ਆਪਣੇ ਕੋਲ ਟੋਲੀਨ। ਟੋਲੀਨ ਦਾ ਫਾਰਮੂਲਾ ਕੀ ਸੀ ਉੱਪਰ ਮਿਥਾਈਲ ਗਰੁੱਪ ਆ ਜਾਏਗਾ ਨਾਲ ਆਪਣੇ ਕੋਲ ਕੀ ਰਿਲੀਜ਼ ਹੋ ਗਿਆ ਟੂ NaCl ਸੋਡੀਅਮ ਕਲੋਰਾਈਡ ਕੀ ਹੋ ਗਿਆ ਰਿਲੀਜ਼। ਤੁਸੀਂ ਦੇਖ ਸਕਦੇ ਹੋ ਰਿਐਕਸ਼ਨ ਨੂੰ। ਠੀਕ ਹੈ ਜੀ। ਇਸ ਦੇ ਵਿੱਚ ਮਿਥਾਈਲ ਗਰੁੱਪ ਅਟੈਚ ਹੋ ਜਾਏਗਾ NaCl ਕੀ ਹੋ ਜਾਏਗਾ ਰਿਲੀਜ਼ ਹੋ ਜਾਏਗਾ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਫਿਜ਼ੀਕਲ ਪ੍ਰੋਪਰਟੀਜ਼ ਆਫ ਐਰੀਨਸ। ਐਰੀਨਸ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਕੀ ਨੇ। ਫਸਟ ਆਪਾਂ ਗੱਲ ਕਰਾਂਗੇ ਜੋ ਐਰੀਨਸ ਹੁੰਦੇ ਆ ਇਹ ਇਮਿਸਿਬਲ ਹੁੰਦੇ ਆ ਵਾਟਰ ਦੇ ਨਾਲ। ਇਮਿਸਿਬਲ ਵਿਦ ਵਾਟਰ ਦੇ ਨਾਲ ਕੀ ਹੁੰਦੇ ਆ ਇਮਿਸਿਬਲ ਹੁੰਦੇ ਆ ਮਤਲਬ ਡਿਜ਼ੋਲਵ ਨਹੀਂ ਹੁੰਦੇ। ਕਲੀਅਰ। ਨੈਕਸਟ ਅਗਰ ਮੈਂ ਗੱਲ ਕਰਾਂ ਜੋ ਬੈਂਜ਼ੀਨ ਹੁੰਦੇ ਆ ਜੋ ਸੈਕਿੰਡ ਅਗਰ ਆਪਾਂ ਪ੍ਰੋਪਰਟੀ ਦੀ ਗੱਲ ਕਰੀਏ ਜੋ ਬੈਂਜ਼ੀਨ ਹੈ ਐਂਡ ਜੋ ਇਹਦੇ ਹੋਮੋਲੋਗਸ ਹੈ ਹੋਮੋ ਮਤਲਬ ਸੇਮ ਤਰ੍ਹਾਂ ਦੇ ਸੇਮ ਕਾइंड 'ਚ ਹੈ ਉਹ ਕੀ ਕਰਦੇ ਆ ਉਹਦੇ ਕੀ ਕੰਟੇਨ ਕਰਦੇ ਆ ਅਪ ਟੂ 8 ਕਾਰਬਨ ਐਟਮਸ। ਕੀ ਕੰਟੇਨ ਕਰਦੇ ਆ ਅਪ ਟੂ 8 ਕਾਰਬਨ ਐਟਮਸ ਕੰਟੇਨ ਕਰਦੇ ਆ ਜੋ ਕੀ ਹੁੰਦੇ ਆ ਕਲਰਲੈਸ ਹੁੰਦੇ ਆ ਓਇਲੀ ਲਿਕੁਇਡਸ ਹੁੰਦੇ ਆ ਜਿਨ੍ਹਾਂ ਦੀ ਇੱਕ ਪਰਟੀਕੂਲਰ ਜਿਹੀ ਸਮੈਲ ਹੁੰਦੀ ਹੈ। ਠੀਕ ਹੈ ਜੀ। ਇਹ ਪ੍ਰੋਪਰਟੀਜ਼ ਤੁਸੀਂ ਧਿਆਨ 'ਚ ਰੱਖਣੀਆਂ ਨੇ। ਨੈਕਸਟ ਅਗਰ ਥਰਡ ਪ੍ਰੋਪਰਟੀ ਦੀ ਗੱਲ ਕਰਾਂ ਤਾਂ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ ਇਨਕਰੀਜ਼ ਹੁੰਦਾ ਰਹਿੰਦਾ ਵਿਦ ਇਨਕਰੀਜ਼ ਇਨ ਮੋਲੀਕੂਲਰ ਮਾਸ ਆਫ ਐਰੀਨਸ। ਜਿੱਦਾਂ ਮੋਲੀਕੂਲਰ ਮਾਸ ਐਰੀਨਸ ਦਾ ਕੀ ਹੋਈ ਜਾਏਗਾ ਇਨਕਰੀਜ਼ ਹੋਈ ਜਾਏਗਾ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਇਹਨਾਂ ਦੀਆਂ ਕੈਮੀਕਲ ਪ੍ਰੋਪਰਟੀਜ਼ ਆਫ ਐਰੀਨਸ। ਫਸਟ ਪ੍ਰੋਪਰਟੀ ਕੀ ਹੈ ਐਡੀਸ਼ਨ ਰਿਐਕਸ਼ਨ ਬੋਲ ਸਕਦੇ ਹੋ ਜਾਂ ਅਗਰ ਆਪਾਂ ਪਹਿਲਾਂ ਸਬਸਟੀਟਿਊਸ਼ਨ ਕਰ ਲੈਂਦੇ ਹਾਂ ਸਬਸਟੀਟਿਊਸ਼ਨਲ ਰਿਐਕਸ਼ਨ। ਦੇਖੋ ਸਬਸਟੀਟਿਊਸ਼ਨਲ ਦਾ ਮਤਲਬ ਹੈ ਕੋਈ ਨਾ ਕੋਈ ਚੀਜ਼ ਕੀ ਹੈ ਰਿਪਲੇਸ ਕਰ ਜੇ। ਸਬਸਟੀਟਿਊਟ ਦਾ ਮਤਲਬ ਹੈ ਰਿਪਲੇਸ ਕਰ ਜਾਣ ਦੋ ਚੀਜ਼ਾਂ ਆਪਸ ਦੇ ਵਿੱਚ। ਕਲੀਅਰ। ਜਿਵੇਂ ਹੁਣ ਹੈਲੋਜੀਨੇਸ਼ਨ ਕਰਵਾਉਂਦੀ ਹਾਂ ਬੈਂਜ਼ੀਨ ਰਿੰਗ ਦੀ ਅਗਰ ਮੈਂ ਹੈਲੋਜੀਨੇਸ਼ਨ ਕਰਾਵਾਂ Cl2 ਐਡ ਕਰਦਾ ਇਨ ਦ ਪ੍ਰੈਜ਼ੈਂਸ ਆਫ AlCl3 ਤਾਂ ਆਪਣੇ ਕੋਲ ਕੀ ਬਣ ਜਾਏਗਾ ਬੈਂਜ਼ੀਨ ਉੱਪਰ Cl ਪਲੱਸ HCl ਕਲੋਰੋਬੈਂਜ਼ੀਨ ਤੇ HCl ਕੀ ਹੋ ਜਾਏਗਾ ਰਿਲੀਜ਼ ਹੋ ਜਾਏਗਾ। ਨੈਕਸਟ ਇਸੇ ਤਰ੍ਹਾਂ ਤੁਸੀਂ ਹੋਰ ਵੀ ਰਿਐਕਸ਼ਨਸ ਕਰ ਸਕਦੇ ਹੋ। ਬ੍ਰੋਮਾਈਨ ਦੀ ਰਿਐਕਸ਼ਨ ਕਰਵਾ ਸਕਦੇ ਹੋ ਬੈਂਜ਼ੀਨ ਨਾਲ Br2 ਦੀ ਜਦੋਂ ਰਿਐਕਸ਼ਨ ਕਰਾਉਂਗੇ ਇਨ ਦ ਪ੍ਰੈਜ਼ੈਂਸ ਆਫ FeBr3 ਆਇਰਨ ਬ੍ਰੋਮਾਈਡ ਦੀ ਪ੍ਰੈਜ਼ੈਂਸ ਤਾਂ ਆਪਣੇ ਕੋਲ ਕੀ ਬਣ ਜੂ ਬ੍ਰੋਮੋਬੈਂਜ਼ੀਨ ਬਣ ਜੂਗਾ ਨਾਲ ਆਪਣੇ ਕੋਲ HBr ਕੀ ਹੋ ਜਾਏਗਾ
रिलीज़, हाइड्रोजन ब्रोमाइड की हो जाएगा रिलीज़ हो जाएगा। क्लीयर होया। नैक्सट अगर आप गल करिए एल्काइलेशन एंड एसाइलेशन दी, एल्काइलेशन दी, इसका मतलब की है सबस्टिट्यूशन करवाना हाइड्रोजन एटम इन अल्काइल ग्रुप आर की जगह पर सबस्टिट्यूट करवा देना। ठीक है जी, उसनों आपां की करा देने अल्काइलेशन कह देने। जिस तरह नाल एग्जाम्पल देखो, बेंजीन रिंग नूं मैं अगर CH3 Cl नाल रिएक्ट कराया मीनस मिथाइल क्लोराइड नाल बेंजीन नूं रिएक्ट कराया इन द प्रेजेंस ऑफ एनहाइड्रस AlCl3, तो अपने कोल की बन जाएगा टोलीन बन जाएगा CH3, HCl की हो जाएगा रिलीज़ हो जाएगा। क्लियर, आई होप समझ आ चुके हैं। इसनों आपां फ्रीडल क्राफ्ट रिएक्शन भी बोलते हैं। की बोलते हैं? फ्रीडल क्राफ्ट रिएक्शन। आई होप समझ आ चुके हैं। नैक्सट आपां करांगे सैकेंड कैमिकल प्रॉपर्टी एडिशन रिएक्शन। एडिशन रिएक्शन का मतलब क्या? हाइड्रोजन की एडिशन करवा लो। सब तो पहला बेंजीन लिया 3 मॉलिक्यूल्स ऑफ H2 की जो एडिशन करावांगे इन द प्रेजेंस ऑफ निकल, तो अपने कोल की बन गया साइक्लोहेक्सेन बन गया। की बन गया? साइक्लोहेक्सेन बन गया। ये ध्यान दे विच रखना। नैक्सट थर्ड गल करांगे ऑक्सीडेशन रिएक्शन दी, ऑक्सीडेशन रिएक्शन दी। देखो ऑक्सीडेशन रिएक्शन का की मतलब है, कोई भी रिंग की अगर आपने ऑक्सीडेशन करवानी है मतलब ऑक्सीजन दी ऐड करवाना है तो अल्काइल साइड ते ईजली ऑक्सीडाइज हो सकते हैं, तो बहुत सारिया ऑक्सीडेशनस आ जांदियां ने इस दे विच। सब तो पहला अगर मैं गल करा एरीनस नूं या बेंजीन नूं जदों आपां इन द प्रेजेंस ऑफ ऑक्सीजन या एयर दे विच रिएक्शन कराने आ, बेंजीन दी इन द प्रेजेंस ऑफ ऑक्सीजन रिएक्शन कराने आ नाल आपां कैटलिस्ट की पाया V2O5 वेनेडियम ऑक्साइड कैटलिस्ट पाया, तो अपने कोल की बन जाएगा? देखो मैलिक एसिड बन जाएगा। की बन जाएगा? मैलिक एसिड। मैलिक एसिड का फॉर्मूला की होंदा CH COOH CH C डबल बॉन्ड O CH। क्लियर, एक इसका फॉर्मूला है मैलिक एसिड का। क्लियर। अगर मैं गल करा देखो इस तो अलावा तुसी की है ऑक्सीडाइजिंग एजेंट भी पा सकते हो, माइल्ड ऑक्सीडाइजिंग एजेंट पा के भी रिएक्शनस करवा सकते हो। जिद्दां हुण मैं टोलीन लिया CH3 इस दे विच 2 नेसेंट ऑक्सीजन पाए, ऑक्सीडेशन लिए ऑक्सीजन तो पाने ही पैने, तो माइल्ड कोई अपने कैटलिस्ट पाता। की पाया अपने क्रोमियम क्लोराइड CrO2 Cl2 मैंने की पाता कैटलिस्ट पाता, तो अपने कोल की बन जाएगा बेंजल्डिहाइड। की बन जाएगा? बेंजल्डिहाइड CHO प्लस वाटर की हो जाएगा अपने कोल रिलीज़ हो जाएगा। ये अपने कोल की है, ये भी की है ऑक्सीडेशन रिएक्शन है जो तुहानू की है पता होनिया चाहिए ने। ठीक है जी। नैक्सट अगर आप गल करिए यूजेस ऑफ एरीन्स, एरीन्स दी अपने कोल की यूजेस है? एरीन्स दी यूजेस ऑफ एरीन्स। फर्स्ट यूज़ की अपने को जो एरीन्स हैं यह की है डाइज ड्रग्स बनाने दे विच की किया जाता है, यूज़ किया जाता है। सैकेंड अगर मैं गल करा जो अपने को एज अ सोलवेंट फॉर अगर आप गल करिए ऑयल्स फैट्स रबर या होर बहुत ऑर्गैनिक कंपाउंड एज अ सॉल्वेंट भी आप यूज़ करते हैं इन्हों के लिए। ठीक है जी। थर्ड प्रॉपर्टी की अगर मैं गल करा अपने को इंसैक्टिसाइड्स DDT BHC इदां दे जो इंसैक्टिसाइड्स हैं इन्हों बनाने भी कई करता जाता यूज़ किया जाता है बेंजीन का। क्लीयर। यह की सीगियां कुछ यूजेस सीगियां बेंजीन दियां जो तुहानू पता होनिया चाहिए ने। आई होप तुहानू रिएक्शनस भी क्लीयर हो चुकियां होनिया कि किस तरह नाल की है किया जाता है। एक बार तुसी रेजोनेंस बना के देख लियो बेंजीन दी कि किस तरह नाल बेंजीन दी रेजोनेंस स्ट्रक्चर्स बनदियां। नैक्सट लास्ट टॉपिक है इस चैप्टर का पॉली न्यूक्लियर
ਹਾਈਡਰੋਕਾਰਬਨ। ਇਸ ਦੇ ਨਾਲ ਹੀ ਤੁਹਾਡਾ ਹਾਈਡਰੋਕਾਰਬਨ ਚੈਪਟਰ ਕੀ ਹੋ ਜਾਊਗਾ, ਕੰਪਲੀਟ ਹੋ ਜਾਏਗਾ। ਠੀਕ ਹੈ ਜੀ, ਅਗਰ ਕੋਈ ਡਾਊਟ ਹੁੰਦਾ ਤੁਸੀਂ ਪੁੱਛ ਲਿਆ ਕਰੋ। ਪੋਲੀ ਨਿਊਕਲੀਅਰ ਹਾਈਡਰੋਕਾਰਬਨ ਦਾ ਮਤਲਬ ਕੀ ਹੈ, ਜਿਸ ਦੇ ਵਿੱਚ ਮੋਰ ਦੈਨ ਵਨ ਬੈਂਜੀਨ ਰਿੰਗ ਪ੍ਰੈਜ਼ੈਂਟ ਹੋਣ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਪੋਲੀ ਨਿਊਕਲੀਅਰ ਹਾਈਡਰੋਕਾਰਬਨਸ। ਕਲੀਅਰ ਮੀਨਸ ਦੋ ਕਾਰਬਨਸ ਆਪਸ ਦੇ ਵਿੱਚ, ਦੋ ਬੈਂਜੀਨ ਦੇ ਵਿੱਚ ਜੋ ਕਾਰਬਨ ਹੈ ਉਹ ਆਪਸ ਦੇ ਵਿੱਚ ਜਦੋਂ ਫਿਊਜ਼ਡ ਹੋ ਜਾਣ, ਮਿਲ ਜਾਣ, ਤਾਂ ਉਸਨੂੰ ਪੋਲੀ ਨਿਊਕਲੀਅਰ ਹਾਈਡਰੋਕਾਰਬਨ ਕਿਹਾ ਜਾਂਦਾ। ਜਿੱਦਾਂ ਐਗਜ਼ਾਮਪਲ ਨੈਪਥੇਲੀਨ, ਇਸ ਨੂੰ ਅੱਗੇ ਇਸ ਤਰ੍ਹਾਂ ਨਾਲ ਇਹ ਆਪਣੇ ਕੋਲ ਕੀ ਬਣ ਗਿਆ, ਨੈਪਥਲੀਨ। ਮੋਰ ਦੈਨ ਵਨ ਬੈਂਜੀਨ ਰਿੰਗ ਹੈ ਤਾਂ ਇਹ ਕੀ ਹੋਗੀ, ਪੋਲੀ ਨਿਊਕਲੀਅਰ ਹਾਈਡਰੋਕਾਰਬਨ। ਇਸ ਤੋਂ ਇਲਾਵਾ ਐਂਥਰਾਸੀਨ, ਕਲੀਅਰ। ਥੋੜੀ ਜਿਹੀ ਸਟਰਕਚਰਸ ਤੁਸੀਂ ਆਪਣੇ ਆਪ ਟਰਾਈ ਕਰਕੇ ਦੇਖ ਲਿਓ, ਮੈਂ ਇੱਕ ਵਾਰ ਤੁਹਾਨੂੰ ਕਵਰ ਕਰਵਾ ਦਿੰਦੀ ਹਾਂ ਕਿ ਕਿਸ ਤਰ੍ਹਾਂ ਨਾਲ ਇਹ ਹੁੰਦਾ। ਜਸਟ ਅ ਸੈਕਿੰਡ, ਇੱਧਰ ਆ ਜਾਏਗਾ ਇਸ ਤਰ੍ਹਾਂ ਨਾਲ। ਇਹ ਕੀ ਬਣ ਗਿਆ ਆਪਣੇ ਕੋਲ, ਐਂਥਰਾਸੀਨ ਬਣ ਗਿਆ। ਸੋਰੀ, ਅਗਰ ਆਪਾਂ ਗੱਲ ਕਰੀਏ, ਹਾਂਜੀ ਐਂਥਰਾਸੀਨ ਬਣ ਗਿਆ। ਇਸ ਤਰ੍ਹਾਂ ਨਾਲ ਬੈਂਜੀਨ ਰਿੰਗ ਦੀ ਨਾ ਥੋੜੀ ਜਿਹੀ ਰੋਟੇਸ਼ਨ ਹੋ ਜਾਏਗੀ, ਤਾਂ ਇਸ ਤਰ੍ਹਾਂ ਨਾਲ ਠੀਕ ਹੈ, ਇੱਧਰ ਵੀ ਆ ਜਾਏਗਾ ਫਿਰ। ਕਲੀਅਰ ਹੈ। ਜਸਟ ਅ ਸੈਕਿੰਡ, ਆਪਾਂ ਦੁਬਾਰਾ ਬਣਾ ਲੈਂਦੇ ਹਾਂ ਐਂਥਰਾਸੀਨ, ਥੋੜੀ ਜਿਹੀ ਬੜੀ ਕਰਕੇ ਬਣਾ ਲੈਂਦੇ ਹਾਂ। ਹਾਂਜੀ, ਹੁਣ ਦੇਖਦੇ ਹਾਂ, ਦੇਖੋ ਫਸਟ ਦੇ ਵਿੱਚ ਤਾਂ ਅਗਰ ਆਪਾਂ ਗੱਲ ਕਰੀਏ ਸੇਮ ਰੈਜ਼ੋਨੈਂਸ ਚੱਲੇਗੀ। ਨੈਕਸਟ ਦੇ ਵਿੱਚ ਕੀ ਆਪਣੇ ਕੋਲ ਇੱਧਰ ਡਬਲ ਬੌਂਡ ਆ ਜਾਏਗਾ ਇਸ ਤਰ੍ਹਾਂ ਨਾਲ, ਫਿਰ ਉਸ ਤੋਂ ਅਗਲੇ ਦਾ ਕੀ ਹੈ, ਇਸ ਤਰ੍ਹਾਂ ਨਾਲ ਕੀ ਆ ਜੇ, ਡਬਲ ਬੌਂਡ। ਇਹ ਕੀ ਬਣ ਗਿਆ ਆਪਣੇ ਕੋਲ, ਐਂਥਰਾਸੀਨ ਬਣ ਗਈ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ ਇਸ ਡਾਈਫੇਨਾਈਲ, ਤੁਹਾਨੂੰ ਮੈਂ ਹੁਣੇ ਪਿੱਛੇ ਕਰਵਾਇਆ ਸੀ, ਉਸ ਦੇ ਵਿੱਚ ਵੀ ਕੀ ਸੀ, ਦੋ ਬੈਂਜੀਨ ਰਿੰਗ ਸੀਗੀਆਂ। ਡਾਈਫੇਨਾਈਲ, ਜਸਟ ਅ ਸੈਕਿੰਡ, ਇਸ ਤਰ੍ਹਾਂ ਨਾਲ। ਕਲੀਅਰ। ਇਸ ਦੇ ਵਿੱਚ ਵੀ ਕੀ ਆ ਜਾਣਗੇ ਆਪਣੇ ਕੋਲ, ਡਬਲ ਬੌਂਡਿੰਗ ਆ ਜੂਗੀ, ਕਿਉਂਕਿ ਬੈਂਜੀਨ ਰਿੰਗ ਤਾਂ ਰੈਜ਼ੋਨੈਂਸ ਸ਼ੋ ਕਰਦੀ ਹੈ। ਥੋੜ੍ਹੇ ਜਿਹੇ ਆਪਣੇ ਤਰੀਕੇ ਨਾਲ ਇਸ ਤਰ੍ਹਾਂ ਨਾਲ ਬਣਾ ਲਿਓ। ਕਲੀਅਰ। ਇਹ ਕੀ ਹੋ ਗਿਆ, ਪੋਲੀ ਨਿਊਕਲੀਅਰ ਹਾਈਡਰੋਕਾਰਬਨ। ਅੱਜ ਦਾ ਟੌਪਿਕ ਇੱਥੇ ਤੱਕ ਹੀ ਸੀ, ਅਤੇ ਇਸ ਨਾਲ ਤੁਹਾਡਾ ਜੋ ਹਾਈਡਰੋਕਾਰਬਨ ਚੈਪਟਰ ਹੈ ਉਹ ਕੀ ਹੋ ਜਾਂਦਾ ਹੈ, ਕੰਪਲੀਟ ਹੋ ਜਾਂਦਾ ਹੈ। ਅਗਰ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਕਰਨਾ ਨਾ ਭੁੱਲਿਓ ਆਪਣੇ ਫਰੈਂਡਸ ਦੇ ਨਾਲ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਚੈਨਲ 'ਤੇ ਨਿਊ ਹੋ। ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਲਓ। ਥੈਂਕ ਯੂ ਸੋ ਮਚ। ਥੈਂਕ ਯੂ।